प्यारे किसान वीरों तो भैनों, ਜਦੋਂ ਅਸੀਂ ਕੋਈ ਸੋਚ ਦੀ ਗੱਲ ਕਰਨੇ ਆ ਨਾ, ਕਿਸੇ ਸੋਚ ਦੇ ਵਿਕਾਸ ਦੀ ਗੱਲ ਕਰਨੇ ਆ, ਤੇ ਬੜਾ ਹੀ ਜ਼ਰੂਰੀ ਹੈ ਕਿ ਸਾਡੀ ਭਾਵਨਾ ਵੀ ਪੋਜ਼ਿਟਿਵ ਹੋਵੇ, ਉਸਾਰੂ ਹੋਵੇ, ਤੇ ਨਾਲ ਦੇ ਨਾਲ ਮੌਕੇ ਦੀਆਂ ਸਰਕਾਰਾਂ ਦੀ ਸੋਚਾਂ ਵੀ ਸਾਡੇ ਨਾਲ ਰਲਣ। ਤੇ ਬੜੀ ਚੰਗੀ ਗੱਲ ਸਾਨੂੰ ਨਜ਼ਰ ਇਹ ਆਉਂਦੀ ਹੈ ਕਿ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਇਸੇ ਸੋਚ ਦੇ ਮਾਲਕ ਨੇ। ਗਾਏ ਬਗਾਏ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਾਂ ਕਰਦੇ ਰਹਿੰਦੇ ਨੇ, ਤੇ ਗੱਲਬਾਤ ਕਰਨ ਦਾ ਲਹਿਜ਼ਾ ਵੀ ਏਡਾ ਵਧੀਆ ਹੈ ਕਿ ਮਨ ਨੂੰ ਟੁੰਬ ਜਾਂਦਾ ਹੈ। ਤੇ ਜਦੋਂ ਗੱਲ ਕਰਦੇ ਨੇ ਨਾ, ਤੇ ਗੱਲਾਂ ਇਹ ਵੀ ਦੱਸਿਆ ਜਾਂਦਾ ਹੈ ਕਿ ਇੱਕ ਵੈਬਸਾਈਟ ਬਣਾਈ ਹੈ ਜਿਹਦੇ ਜ਼ਰੀਏ ਸਮਾਜ ਦੇ ਵੱਖ-ਵੱਖ ਵਰਗ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਨੇ, ਤੇ ਫਿਰ ਉਹ ਮਨ ਕੀ ਬਾਤ ਦੀ ਸੋਚ ਨੂੰ ਲੈ ਕੇ ਆਕਾਸ਼ਵਾਣੀ ਦੇ ਜ਼ਰੀਏ ਵੱਖ-ਵੱਖ ਵਰਗਾਂ ਨਾਲ ਗੱਲਾਂ ਕਰਦੇ ਨੇ। ਪਿੱਛੇ ਜੀ ਸੁਣਿਆ ਵਿਦਿਆਰਥੀਆਂ ਨਾਲ ਗੱਲਾਂ ਕੀਤੀਆਂ, ਹੋਰ ਵੱਖ-ਵੱਖ ਵਰਗਾਂ ਨਾਲ ਗੱਲਾਂ ਕੀਤੀਆਂ, ਤੇ ਇਹ ਗੱਲ ਦਰਸਾਈ ਕਿ ਉਹਨਾਂ ਦੀ ਸੋਚ ਕੀ ਕਹਿੰਦੀ ਹੈ, ਉਹ ਕੀ ਚਾਹੁੰਦੇ ਨੇ ਕਿ ਅਸੀਂ ਆਪਣੇ ਵਿਕਾਸ ਦੀ ਸੋਚ ਨੂੰ ਕਿੱਥੇ ਲੈ ਕੇ ਜਾਣਾ। ਤੇ ਅੱਜ ਬੜੇ ਗਰਵ ਨਾਲ ਕਹਿਣਾ ਪੈ ਰਿਹਾ ਹੈ, ਹੁੰਦਾ ਵੀ ਹੈ ਗਰਵ, ਕਿ ਜਦੋਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰੇ ਮਨ ਕੀ ਬਾਤ ਦੇ ਕਾਰਿਆਕ੍ਰਮ ਦੇ ਜ਼ਰੀਏ, ਮਨ ਕੀ ਬਾਤ ਦੇ ਜ਼ਰੀਏ। ਤੇ ਅੱਜ ਅਸੀਂ ਇਸੇ ਸੰਦਰਭ 'ਚ ਇਕੱਠੇ ਹੋਏ ਹਾਂ। ਮਹਿਕਮਾ ਜ਼ਰਾਅਤ ਨੇ ਉਪਰਾਲਾ ਕੀਤਾ, ਜ਼ਿਲ੍ਹਾ ਹੁਸ਼ਿਆਰਪੁਰ ਨੇ, ਕਿ ਕਿਸਾਨਾਂ ਨੂੰ ਇਕੱਠੇ ਕਰਕੇ ਤੇ ਇਸ ਮਨ ਕੀ ਬਾਤ ਦਾ ਸੋਚ ਜੋ ਪ੍ਰਧਾਨ ਮੰਤਰੀ ਸਾਹਿਬ ਦੀ ਸੋਚ ਹੈ, ਉਹਨੂੰ ਆਪਾਂ ਪਿੰਡਾਂ 'ਚ ਲੈ ਕੇ ਕਿਵੇਂ ਜਾਣਾ ਹੈ, ਤੇ ਕਿਸਾਨ ਕਿਸ ਹਿਸਾਬ ਦੇ ਨਾਲ, ਕਿਸ ਸੋਚ ਦੇ ਨਾਲ ਇਸ ਮਨ ਕੀ ਬਾਤ ਨੂੰ ਅਪਣਾਉਣ ਲਈ ਰਾਜ਼ੀ ਹੁੰਦੇ ਨੇ। ਅਸੀਂ ਪੁੱਜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਗਰ 'ਚ। ਚੱਗਰਾਂ ਪਿੰਡ ਜਿਹੜਾ ਹੈ ਇਹ ਬੜਾ ਵਿਕਾਸ ਦਾ ਪਿੰਡ ਹੈ। ਗੱਲ ਹੈ ਕਿ ਇੱਥੋਂ ਦੇ ਕਿਸਾਨ ਬੜੇ ਅਗਾਂਹ ਵਧੂ ਕਿਸਾਨ ਨੇ, ਔਰ ਦੇਖੋ ਕਿੰਨੀ ਵਧੀਆ ਗੱਲ ਹੈ ਕਿ ਇਸ ਮਨ ਕੀ ਬਾਤ ਨੂੰ ਸੁਣਨ ਵਾਸਤੇ ਸਾਰੇ ਇੱਕ ਜਗ੍ਹਾ ਇਕੱਠੇ ਹੋਏ ਨੇ। ਰੇਡੀਓ ਇੱਥੇ ਰੱਖਿਆ ਹੋਇਆ, ਤੇ ਨਾਲ ਦੇਖੋ ਰੇਡੀਓ ਦੇ ਨਾਲ ਨਾਲ ਟੀਵੀ ਦੇ ਵਿੱਚ ਵੀ ਰੇਡੀਓ ਦੇ ਮਾਧਿਅਮ ਦੇ ਰਾਹੀਂ ਉੱਥੇ ਵੀ ਪ੍ਰੋਗਰਾਮ ਚੱਲਦਾ ਪਿਆ। ਘਰ ਘਰ 'ਚ ਕਾਫੀ ਆਪਾਂ ਇਹ ਪਿੰਡ 'ਚ ਦੇਖਿਆ ਹੈ ਕਿ ਸੋਚ ਬਣਨ ਡਈ ਹੈ ਕਿ ਜੋ ਸਾਡੀ ਸਰਕਾਰਾਂ ਸੋਚਦੀਆਂ ਕਿ ਉਹ ਸੋਚ ਨੂੰ ਆਪਾਂ ਜੇ ਲਾਗੂ ਕਰਨਾ ਤੇ ਕਿਸ ਢੰਗ ਨਾਲ ਕਰਨਾ। ਆਪਾਂ ਇੱਥੇ ਇਸੇ ਸੋਚ ਨਾਲ ਪੁੱਜੇ ਹਾਂ ਪਿੰਡ ਚੱਗਰਾਂ 'ਚ ਕਿ ਕਿਸਾਨ ਜਦੋਂ ਸੁਣਦੇ ਨੇ ਮਨ ਕੀ ਬਾਤ ਦਾ ਇਹ ਕੰਮ, ਇਹ ਸੋਚ, ਇਹ ਪ੍ਰੋਗਰਾਮ, ਤੇ ਉਹਨਾਂ ਦੇ ਮਨ ਦੇ ਹਾਵ ਭਾਵ ਕੀ ਹੁੰਦੇ ਨੇ, ਕਿਵੇਂ ਉਹ ਇਸ ਸਰਕਾਰ ਦੀ ਸੋਚ ਦੇ ਨਾਲ ਆਪਣੇ ਆਪ ਨੂੰ ਰਲਗੱਡ ਕਰਨ ਵਾਸਤੇ ਤਿਆਰ ਨੇ। ਤੇ ਜਦੋਂ ਆਪਾਂ ਵਿਕਾਸ ਦੀ ਗੱਲ ਕਰਨੇ ਆ ਤੇ ਗੱਲ ਤੇ ਸੋਚ ਦੀ ਹੈ, ਗੱਲ ਅਮਲਾਂ ਦੀ ਹੈ, ਤਾਂ ਅਮਲਾਂ ਤਦ ਹੀ ਹੋਣੀ ਹੈ ਜੇ ਅਸੀਂ ਧਿਆਨ ਦੇ ਨਾਲ ਗੱਲ ਸੁਣੀਏ। ਤੇ ਬੜਾ ਦੇਖੋ ਚੰਗਾ ਲੱਗ ਰਿਹਾ ਕਿ ਮਹਿਕਮਾ ਜ਼ਰਾਅਤ ਦੇ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਦੇਖੋ ਖੇਤੀਬਾੜੀ ਮਹਿਕਮਾ ਵੀ ਇੱਥੇ ਬੈਠਾ ਹੈ, ਕਿਸਾਨ ਵੀ ਬੈਠੇ ਨੇ, ਤੇ ਵਿਚਾਰ ਵਟਾਂਦਰਾ ਵੀ ਹੋਣਾ ਹੈ। ਪਹਿਲਾਂ ਸੁਣਨੇ ਆ ਪ੍ਰਧਾਨ ਮੰਤਰੀ ਸਾਹਿਬ ਕੀ ਕਹਿ ਰਹੇ ਨੇ, ਬਿਲਕੁਲ 11 ਵਜੇ ਐਗਜ਼ੈਕਟ ਸ਼ੁਰੂ ਹੋ ਜਾਣਾ, ਤੇ ਫਿਰ ਆਪਾਂ ਸੁਣਾਂਗੇ, ਤੇ ਫਿਰ ਬਾਅਦ 'ਚ ਕਿਸਾਨਾਂ ਨੂੰ ਪੁੱਛਾਂਗੇ ਵੀ ਇਹ ਕੀ ਕਹਿੰਦੇ ਨੇ, ਕਿ ਸਰਕਾਰਾਂ ਵਾਕਈ ਇਹਨਾਂ ਵਾਸਤੇ ਤੁਰ ਰਹੀਆਂ, ਇਹਨਾਂ ਦੇ ਮੁਤਾਬਕ ਇਹਨਾਂ ਦੀ ਸੋਚ ਤੋਂ ਵੀ ਚੱਲ ਰਹੀਆਂ। ਇਹਦੇ ਬਾਰੇ ਵੀ ਆਪਾਂ ਗੱਲਾਂ ਕਰਾਂਗੇ। ਮੇਰੇ ਪਿਆਰੇ ਕਿਸਾਨ ਭੈਣੋ ਤੇ ਭਰਾਓ, ਤੁਹਾਨੂੰ ਸਾਰਿਆਂ ਨੂੰ ਨਮਸਕਾਰ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਦੇਸ਼ ਦੇ ਦੂਰ ਦਰਾਜ਼ ਦੇ ਪਿੰਡਾਂ ਵਿੱਚ ਰਹਿਣ ਵਾਲੇ ਮੇਰੇ ਕਿਸਾਨ ਭਰਾਵਾਂ ਅਤੇ ਭੈਣਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਹੈ। ਤੇ ਜਦ ਮੈਂ ਕਿਸਾਨ ਦੇ ਨਾਲ ਗੱਲ ਕਰਦਾ ਹਾਂ ਤਾਂ ਇੱਕ ਤਰ੍ਹਾਂ ਨਾਲ ਪਿੰਡ ਦੇ ਨਾਲ ਗੱਲਾਂ ਕਰਦਾ ਹਾਂ, ਪਿੰਡ ਵਾਸੀਆਂ ਨਾਲ ਗੱਲਾਂ ਕਰਦਾ ਹਾਂ, ਤੇ ਖੇਤ ਮਜ਼ਦੂਰਾਂ ਨਾਲ ਗੱਲਾਂ ਕਰਦਾ ਹਾਂ, ਤੇ ਖੇਤਾਂ ਵਿੱਚ ਕੰਮ ਕਰਨ ਵਾਲੀਆਂ ਮਾਵਾਂ ਭੈਣਾਂ ਦੇ ਨਾਲ ਵੀ ਗੱਲ ਕਰ ਰਿਹਾ ਹਾਂ। ਜੇਕਰ ਇਸ ਬਾਬਤ ਗੱਲ ਕਰਾਂ ਤਾਂ ਹੁਣ ਤੱਕ ਮੇਰੀਆਂ ਜਿੰਨੀਆਂ ਵੀ ਮਨ ਦੀਆਂ ਗੱਲਾਂ ਹੋਈਆਂ ਹਨ, ਉਹਨਾਂ ਤੋਂ ਇਹ ਕੁਝ ਵੱਖਰਾ ਅਨੁਭਵ ਹੈ। ਜਦ ਮੈਂ ਕਿਸਾਨਾਂ ਦੇ ਨਾਲ ਮਨ ਦੀ ਗੱਲ ਕਰਨ ਦੀ ਸੋਚੀ ਤਾਂ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਦੂਰ ਦੂਰ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਮੈਨੂੰ ਇੰਨੇ ਸਵਾਲ ਕਰਨਗੇ, ਇੰਨੀ ਜਾਣਕਾਰੀ ਦੇਣਗੇ। ਤੁਹਾਡੇ ਢੇਰ ਸਾਰੇ ਖੱਤ, ਢੇਰ ਸਾਰੇ ਸਵਾਲ ਦੇਖ ਕੇ ਮੈਂ ਹੈਰਾਨ ਹੋ ਗਿਆ। ਤੁਸੀਂ ਕਿੰਨੇ ਜਾਗਰੂਕ ਹੋ, ਕਿੰਨੇ ਤਤਪਰ ਹੋ, ਤੇ ਸ਼ਾਇਦ ਤੁਸੀਂ ਤੜਪਦੇ ਹੋ ਕਿ ਕੋਈ ਤੁਹਾਨੂੰ ਸੁਣੇ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਣਾਮ ਕਰਦਾ ਹਾਂ। ਤੁਹਾਡੀਆਂ ਚਿੱਠੀਆਂ ਪੜ੍ਹ ਕੇ ਉਹਨਾਂ ਵਿੱਚ ਮੈਂ ਜੋ ਦਰਦ ਵੇਖਿਆ ਹੈ, ਜੋ ਮੁਸੀਬਤਾਂ ਵੇਖੀਆਂ ਹਨ, ਇੰਨਾ ਸਹਿਣ ਕਰਨ ਦੇ ਬਾਵਜੂਦ ਵੀ ਤੁਸੀਂ ਕੀ ਚੱਲਿਆ ਹੋਵੇਗਾ। ਤੁਸੀਂ ਮੈਨੂੰ ਹੈਰਾਨ ਕਰ ਦਿੱਤਾ ਹੈ, ਲੇਕਿਨ ਮੈਂ ਇਸ ਮਨ ਦੀ ਗੱਲ ਨੂੰ ਆਪਣੇ ਲਈ ਇੱਕ ਸਿਖਲਾਈ ਦਾ, ਇੱਕ ਐਜੂਕੇਸ਼ਨ ਦਾ ਮੌਕਾ ਸਮਝਦਾ ਹਾਂ। ਮੇਰੇ ਕਿਸਾਨ ਭੈਣੋਂ ਤੇ ਭਰਾਓ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਸੀਂ ਜਿੰਨੇ ਵੀ ਮੁੱਦੇ ਉਠਾਏ ਹਨ, ਜਿੰਨੇ ਸਵਾਲ ਪੁੱਛੇ ਹਨ, ਜਿੰਨੇ ਵੱਖ-ਵੱਖ ਪਹਿਲੂਆਂ 'ਤੇ ਤੁਸੀਂ ਗੱਲ ਕੀਤੀ ਹੈ, ਮੈਂ ਉਹਨਾਂ ਸਾਰਿਆਂ ਬਾਰੇ ਪੂਰੀ ਸਰਕਾਰ ਵਿੱਚ ਜਾਗਰੂਕਤਾ ਪੈਦਾ ਕਰਾਂਗਾ, ਸੰਵੇਦਨਾ ਪੈਦਾ ਕਰਾਂਗਾ। ਮੇਰਾ ਪਿੰਡ, ਮੇਰਾ ਗਰੀਬ, ਮੇਰਾ ਕਿਸਾਨ ਭਰਾ, ਉਸ ਨੂੰ ਅਜਿਹੇ ਹਾਲਾਤ ਵਿੱਚ ਰਹਿਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। मैं हैरान हाँ किसानों ने खेती नाल संबंधित गल्लां लिखियां ने।
क्योंकि सरकार चाहती है कि गांव में स्कूल बने, गांव में अस्पताल बने, गरीब का बच्चा पढ़े, इसके लिए पैसे लगे, रोड बनाने का काम प्राइवेट करे। लेकिन वो प्राइवेट वाला भी रोड अपना नहीं बनाता है, न अपने घर ले जाता है, रोड सरकार का बनाता है। इस प्रकार से सब अपनी पूंजी लगाता है। इसका मतलब ये हुआ कि सरकार का जो प्रोजेक्ट होगा जिसमें पूंजी किसी की भी लगे, जिसको लोग पीपीपी मॉडल कहते हैं, लेकिन अगर उसका मालिकाना हक सरकार का रहता है, उसका स्वामित्व सरकार का रहता है, सरकार का मतलब आप सबका रहता है, देश की 125 करोड़ जनता का रहता है, तो उसमें ही हमने ये कहा है कि सहमति की आवश्यकता नहीं है। ਸੋ ਕਿਸਾਨ ਦੋਸਤੋ, ਆਪਾਂ ਸੁਣੀਆਂ ਗੱਲਾਂ ਮਨ ਕੀ ਬਾਤ ਦੇ ਪ੍ਰੋਗਰਾਮ ਦੇ ਜ਼ਰੀਏ। ਪ੍ਰਧਾਨ ਮੰਤਰੀ ਜੀ ਨੇ ਬੜੇ ਵਿਸਥਾਰ ਨਾਲ ਔਰ ਬੜੀ ਉਸਾਰੂ ਸੋਚ ਨਾਲ ਹਰ ਗੱਲ ਵਾਕਈ ਮਨ ਕੀ ਬਾਤ ਦੇ ਤਰ੍ਹਾਂ ਕੀਤੀ। ਤੇ ਹੁਣ ਅਸੀਂ ਕਿਸਾਨਾਂ 'ਚ ਮੌਜੂਦ ਹਾਂ, ਬੜੇ ਗੌਰ ਨਾਲ ਇਹਨਾਂ ਨੇ ਪ੍ਰੋਗਰਾਮ ਸੁਣਿਆ ਹੈ। ਤੇ ਗੱਲ ਇਹ ਹੈ ਕਿ ਇਹਨਾਂ ਦੀ ਮਨ ਕੀ ਬਾਤ ਹੁਣ ਕੀ ਕਹਿੰਦੀ ਹੈ, ਇਹਨਾਂ ਕੋਲ ਜਾਣਨਾ ਹੈ, ਪੁੱਛਣਾ ਹੈ, ਤਾਂ ਕਿ ਇਹਨਾਂ ਦੀ ਸੋਚ ਜਿਹੜੀ ਇਸ ਮਾਧਿਅਮ ਰਾਹੀਂ ਤੁਹਾਡੇ ਤੱਕ ਪੁੱਜੇ, ਪ੍ਰਸ਼ਾਸਨ ਤੱਕ ਪੁੱਜੇ, ਤਾਂ ਹੀ ਇਹ ਜਿਹੜਾ ਮਨ ਕੀ ਬਾਤ ਦਾ ਕੰਮ ਕੋ ਗੱਲ ਹੈ ਕਿ ਕੋਈ ਵੀ ਗੱਲਬਾਤ ਜ਼ਰੂਰ ਹੋਵੇ ਨਾ, 2 ਵੇ ਹੋਵੇ ਤਾਂ ਜ਼ਿਆਦਾ ਵਧੀਆ। ਸਿੰਗਲ ਵੇ ਨਾਲ ਜੇ ਆਪਾਂ ਸੰਬੋਧਨ ਕਰਤਾ ਤੇ ਗੱਲ ਉੱਥੇ ਮੁੱਕ ਜਾਂਦੀ ਹੈ। ਲੇਕਿਨ ਵਿਕਾਸ ਦੇਖੋ, ਸਾਡੇ ਪ੍ਰਧਾਨ ਮੰਤਰੀ ਦੀ ਤਾਰੀਫ ਹੈ ਕਿ ਉਹ ਹਮੇਸ਼ਾ ਚਾਹੁੰਦੇ ਨੇ ਕਿ ਵਿਚਾਰ ਵਟਾਂਦਰਾ ਹੋਵੇ, ਔਰ ਉਸੇ ਵਿਚਾਰ ਵਟਾਂਦਰੇ ਨੂੰ ਲੈ ਕੇ ਪਿੰਡ ਚਗਰਾਂ 'ਚ ਅਸੀਂ ਮੌਜੂਦ ਹਾਂ, ਜ਼ਿਲ੍ਹਾ ਹੁਸ਼ਿਆਰਪੁਰ 'ਚ। ਖੇਤੀਬਾੜੀ ਮਹਿਕਮਾ ਵੀ ਇੱਥੇ ਹੈਗਾ, ਕਿਸਾਨ ਵੀ ਹੈਗੇ ਨੇ, ਇਹਨਾਂ ਸਾਰਿਆਂ ਨੇ ਗੱਲਾਂ ਸੁਣੀਆਂ। ਤੇ ਗੱਲ ਹੈ ਕਿ ਇਹਨਾਂ ਨਾਲ ਕਿਸਾਨਾਂ ਨਾਲ ਗੱਲਾਂ ਕਰਨੀਆਂ ਬਣਦੀਆਂ। ਤੇ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਕਿਸਾਨ ਨੇ ਆਪਣਾ ਦੇਖੋ ਮਨ ਕੀ ਬਾਤ ਕਰਨੀ ਹੈ ਤੇ ਹੱਥ ਖੜਾ ਕਰ ਦਿਓ, ਤਾਂ ਕਿ ਤੁਹਾਡੇ ਕੋਲ ਮੈਂ ਆਵਾਂ ਤੇ ਤੁਹਾਡੀ ਗੱਲ ਇਸ ਮਾਧਿਅਮ ਰਾਹੀਂ ਜ਼ਰੂਰ ਜਾਵੇਗੀ। ਹਾਂਜੀ, ਕੀ ਨਾਂ ਆਪਣਾ? ਮੇਰਾ ਨਾਮ ਸੁਰਜੀਤ ਸਿੰਘ ਚੱਗਰ ਜੀ, ਪਿੰਡ ਚੱਗਰਾਂ ਤੋਂ। ਮੈਂ ਮੇਰਾ ਮਨ ਕੀ ਬਾਤ ਆ ਬਈ, ਮੈਨੂੰ ਮੋਦੀ ਜੀ ਨੇ ਅਹਿਮਦਾਬਾਦ ਦੇ ਵਿੱਚ ਅਵਾਰਡ ਦਿੱਤਾ 51,000 ਰੁਪਏ ਦਾ। ਮੈਂ ਉਦੋਂ ਇਹ PM ਬਣੇ ਨਹੀਂ ਸੀਗੇ, ਅਤੇ ਉਹ ਜੋ ਤਿਆਰੀਆਂ ਲੈਂਦੇ ਨੇ ਸੀ ਆਸ ਸੀ ਵੀ ਇਹਨਾਂ ਨੇ ਬਣਨਾ ਆ, ਪਰ ਮੈਂ ਐਡਵਾਂਸ 'ਚ ਇਹਨਾਂ ਨੂੰ ਵਧਾਈਆਂ ਦਿੱਤੀਆਂ ਸੀ ਵੀ ਤੁਸੀਂ PM ਬਣਨਾ ਆ। ਇੱਕ ਤਾਂ ਮੇਰੇ ਮਨ ਦੀ ਬਾਤ ਇਹ ਪੂਰੀ ਹੋ ਗਈ ਆ ਵੀ PM ਸਾਹਿਬ ਬਣ ਗਏ ਆ। ਅਤੇ ਦੂਜੀ ਗੱਲ ਇਹ ਆ ਵੀ ਜਿਹੜੀ ਜ਼ਮੀਨ ਰਿਕਵਾਇਰ ਕਰ ਰਹੇ ਆ, ਇਹ 'ਚ ਨੌਕਰੀ ਵੀ ਦੇ ਰਹੇ ਆ। ਮੈਂ ਰੈਡੂ ਦੇ ਵਿੱਚ ਵੀ ਸੁਣਿਆ। ਅਤੇ ਉਦੋਂ ਬਾਅਦ ਨੌਕਰੀ ਤੋਂ ਬਾਅਦ ਇਹ ਪੈਸੇ ਵੀ ਦਊਗੇ। ਜ਼ਿਮੀਂਦਾਰ ਦੀ ਜ਼ਮੀਨ ਰਿਕਵਾਇਰ ਹੋ ਜੂਗੀ, ਪੈਸੇ ਤਾਂ ਹੋਰ ਜਗ੍ਹਾ 'ਤੇ ਵੀ ਬੰਦਾ ਕੋਈ ਵਿਆਹ ਆ ਜਾਂਦਾ, ਕੋਈ ਮੌਤ ਹੋ ਜਾਂਦੀ ਆ, ਉਹ ਇੱਦਾਂ ਖਰਚ ਹੋ ਜਾਂਦੇ ਆ, ਆਪਣੇ ਘਰੇਲੂ ਕੰਮਾਂ ਦੇ ਵਿੱਚ ਖਰਚ ਹੋ ਜਾਂਦੇ ਆ। ਅਤੇ ਇਹ ਸਾਨੂੰ ਦੱਸਿਆ ਜਾਵੇ ਵੀ ਇਹ ਨੌਕਰੀ ਕਿਹੜੀ ਦਊਗੇ ਜਿਹਦੇ ਨਾਲ ਸਾਨੂੰ ਜ਼ਿਆਦਾ ਆਪਣਾ ਪੂਰੀ ਲਾਈਫ ਗੁਜ਼ਾਰ ਸਕੀਏ। ਅਤੇ ਬਾਕੀ ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀ ਇਹਨਾਂ ਨੇ ਮਨ ਕੀ ਬਾਤ ਸ਼ੁਰੂ ਕੀਤੀ ਆ। ਬਿਲਕੁਲ ਤੁਸੀਂ ਗੱਲ ਸੁਰਜੀਤ ਸਿੰਘ ਜੀ ਸਹੀ ਫਰਮਾਈ ਹੈ ਕਿ ਨੌਕਰੀ ਮਿਲੇ ਹੀ, ਚਲੋ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲ ਗਈ, ਅਤੇ ਨੌਕਰੀ ਕਿਹੜੀ ਮਿਲੂ ਇਹਦੇ ਬਾਰੇ ਗਿਆਨ ਹੋਣਾ ਚਾਹੀਦਾ। ਅਤੇ ਨਾਲ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਜ਼ਮੀਨ ਐਕਵਾਇਰ ਹੋਏਗੀ ਅਤੇ ਉਹ ਜ਼ਮੀਨ ਐਕਵਾਇਰ ਹੋਣ ਦੇ ਨਾਲ ਇਲਾਕੇ ਦਾ ਵਿਕਾਸ ਹੋਏਗਾ, ਕਿਲੋਮੀਟਰ ਆਲੇ ਦੁਆਲੇ ਕਿੰਨੇ ਪਿੰਡਾਂ ਦਾ ਵਿਕਾਸ ਹੋਏਗਾ, ਵੱਡੇ ਵੱਡੇ ਦੇਖੇ ਇੰਡਸਟਰੀਅਲ ਕੋਰੀਡੋਰ ਉਹਨਾਂ ਨੇ ਕਿਹਾ ਆਪਣੀ ਗੱਲ 'ਚ ਬਣਨਗੇ, ਅਤੇ ਉਹ ਵੀ ਸਿੱਧੇ ਜਾਂ ਸਿੱਧੇ ਤੌਰ 'ਤੇ ਇਲਾਕੇ ਦੇ ਕਿਸਾਨਾਂ ਨੂੰ, ਵਸਨੀਕਾਂ ਨੂੰ ਵੀ ਫਾਇਦਾ ਹੋਏਗਾ। ਹਾਂਜੀ, ਉਹਦਾ ਫਾਇਦਾ ਹੋਊਗਾ ਜੀ। ਜਿੱਦਾਂ ਅੱਜ ਕੱਲ੍ਹ ਜਿਹੜੀ ਨੌਜਵਾਨੀਆਂ ਨਸ਼ਿਆਂ ਨੇ ਤਬਾਹ ਕੀਤੀ ਹੋਆ, ਅਤੇ ਉਹ ਸਾਨੂੰ ਕੰਮ ਮਿਲੂਗਾ, ਸਾਡੇ ਬੱਚੇ ਗਲਤ ਸਾਈਡ 'ਤੇ ਨਹੀਂ ਜਾਊਗੇ, ਅਤੇ ਉਹ ਕੰਮ ਨਾਲ ਉਹ ਪੈਸੇ ਮਿਲੂਗੇ ਉਹਨਾਂ ਨੂੰ, ਅਤੇ ਆਪਣਾ ਰੁਜ਼ਗਾਰ ਕਰੂਗੇ, ਆਪਣਾ ਪਰਿਵਾਰ ਪਾਲੂਗੇ, ਉਹਦਾ ਫਾਇਦਾ ਸਾਨੂੰ ਹੋਏਗਾ ਬੱਚਿਆਂ ਨੂੰ। ਮੈਂ ਭੁਪਿੰਦਰ ਸਿੰਘ ਸੰਘਾ ਜਲੰਧਰ ਤੋਂ ਮੈਂ ਖੇਤੀਬਾੜੀ ਕਰਦਾ। 125 ਏਕੜ ਦੀ ਮੈਂ ਖੇਤੀਬਾੜੀ ਕਰਦਾ। ਆਪਣੀ ਜ਼ਮੀਨ 'ਤੇ 17.5 ਏਕੜ ਤੋਂ ਅਸੀਂ ਜ਼ਿਆਦਾ ਰੱਖ ਨਹੀਂ ਸਕਦੇ ਸੀਲਿੰਗ ਕਰਕੇ, ਬਾਕੀ ਲੀਜ਼ ਦੇ ਉੱਤੇ ਜ਼ਮੀਨ ਲੈ ਕੇ ਕਰਦਾ ਮੈਂ। ਮੇਨ ਗੱਲ ਇਹ ਹੈ ਕਿ ਜਿਹੜੀ ਹੁਣ ਲੈਂਡ ਅਕਵਾਇਰ ਕਰਨ ਦੇ ਬਾਰੇ ਗੌਰਮੈਂਟ ਨੇ ਲਿਆਂਦਾ ਹੈਗਾ ਕਾਨੂੰਨ, ਬੜਾ ਵਧੀਆ ਕਾਨੂੰਨ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਸਮੱਸਿਆ ਇਹ ਹੈ ਕਿ ਇੱਕ ਜ਼ਿਮੀਂਦਾਰ ਦੀ ਇੱਥੇ 17.5 ਏਕੜ ਫਸਟ ਕੋਲੋਂ ਮੇਰੀ ਐਕਵਾਇਰ ਹੋ ਜਾਂਦੀ ਹੈ ਲੈਂਡ, ਅਤੇ ਮੈਂ ਅੱਗੇ ਜਾ ਕੇ ਕਿਤੇ ਲੈਣੀ ਹੈ ਸਸਤੀ, ਮੈਂ ਜ਼ਿਆਦਾ ਮਿਲੇਗੀ, ਪਰ ਕਾਨੂੰਨ ਕਹਿੰਦਾ ਕਿ ਮੈਂ 17.5 ਏਕੜ ਤੋਂ ਜ਼ਿਆਦਾ ਰੱਖ ਨਹੀਂ ਸਕਦਾ। ਜਦ ਕਿ ਇੰਡਸਟਰੀ ਵਾਲਾ ਭਾਵੇਂ ਜਿੰਨੀ ਮਰਜ਼ੀ ਰੱਖ ਲੈ, ਕੋਈ ਉਹਨੂੰ ਕੋਈ ਰੋਕ ਨਹੀਂ ਗੀ, ਜਾਂ ਤਾਂ ਲੈਂਡ ਸੀਲਿੰਗ ਹਟੇ, ਨਹੀਂ ਤਾਂ ਜਿਹੜਾ ਜ਼ਿਆਦਾ ਬਾਕੀ ਦਾ ਪੈਸਾ ਉਹਦੇ 'ਤੇ ਮੈਨੂੰ ਟੈਕਸ ਦੇਣਾ ਪਊਗਾ। ਬਾਕੀ MSP ਜਿਹੜੀ ਗੌਰਮੈਂਟ ਕਰ ਰਹੀ ਹੈ ਫਿਕਸ, ਉਹਨੂੰ ਵੀ ਜਿਹੜੀ ਸਾਡੀ ਇਨਫਲੇਸ਼ਨ ਹੈ ਉਹਦੇ ਹਿਸਾਬ ਦੇ ਨਾਲ ਉਹਨੂੰ ਜੋੜਨਾ ਚਾਹੀਦਾ ਹੈ। ਕਿਸਾਨਾਂ ਦਾ ਵਿੱਚ ਖਿਆਲ ਰੱਖਣਾ ਚਾਹੀਦਾ, ਕੰਜ਼ਿਊਮਰ ਦਾ ਖਿਆਲ ਜ਼ਿਆਦਾ ਰੱਖਿਆ ਜਾ ਰਿਹਾ। ਬਾਕੀ ਇੰਨਾ ਵਧੀਆ ਹੈਗਾ ਕਿ ਕਿਸਾਨਾਂ ਦੀ ਗੱਲ ਵੀ ਸੁਣਨੀ ਸ਼ੁਰੂ ਕੀਤੀ ਹੈ ਮੋਦੀ ਸਰਕਾਰ ਨੇ। ਜੇ ਇਸੇ ਤਰ੍ਹਾਂ ਇਹ ਸੁਣ ਕੇ ਇਹਦੇ 'ਤੇ ਅਮਲ ਵੀ ਕੀਤਾ ਜਾਵੇ
ਤਾਂ ਹੀ ਫਾਇਦਾ ਆਇਆ, ਨਹੀਂ ਤਾਂ ਗੱਲ ਸੁਣ ਕੇ ਜੇ ਪਾਸੇ ਰੱਖ ਦੇਣੀਆਂ ਤਾਂ ਫਾਇਦਾ ਕੋਈ ਨਹੀਂ ਸੁਣਨ ਦਾ ਗੱਲਾਂ। ਤੇ ਇਹ ਸਾਡੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਆ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਦੇ ਸਰਕਾਰ ਤੇ ਬਹੁਤ ਵਧੀਆ ਹੈ। ਮੈਂ ਹਰਪ੍ਰੀਤ ਸਿੰਘ ਜਲੰਧਰ ਤੋਂ, ਤੇ ਮੈਂ ਖੇਤੀਬਾੜੀ ਕਰਦਾ ਜਿੱਦਾਂ, ਤੇ ਮੈਂ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ ਸੁਣਿਆ ਜਿੱਦਾਂ, ਬਹੁਤ ਚੰਗਾ ਲੱਗਾ ਵੀ ਸਰਕਾਰ ਜਿੱਦਾਂ ਸੁਣਦੀ ਹੈ, ਪਰ ਜਾਣੀ ਸਿਰਫ ਇਹ ਨਹੀਂ ਵੀ ਕਰਨਾ, ਪਰ ਇੱਥੇ ਕੁਝ ਅਸਲ ਅਮਲ ਵੀ ਹੋਣਾ ਚਾਹੀਦਾ। ਜਿੱਦਾਂ ਜਿਸ ਤਰ੍ਹਾਂ ਮੈਂ ਹੁਣ ਕਹਿਣਾ ਚਾਹੀਦਾ ਜਿੱਦਾਂ ਕਿ ਸਰਕਾਰ ਨੇ ਰਿਪੋਰਟ ਬਣਾਈ ਹੈ ਜਿੱਦਾਂ ਵੀ ਕਰੋੜਾਂ ਰੁਪਏ ਖਰਚ ਕੀਤਾ, ਪਰ ਉਹ MSP ਲਈ ਜਿੱਦਾਂ ਰੇਟ ਤੈਅ ਕਰਨ ਲੱਗੇ ਕਿ ਪੂਰਾ ਨਹੀਂ ਕਰਦੇ ਜਿੱਦਾਂ ਉਹ। ਮੇਰਾ ਨਾਮ ਪਵਨਜੋਤ ਸਿੰਘ ਹੈ, ਮੈਂ ਜਲੰਧਰ ਤੋਂ ਆਲੂ ਦੀ ਖੇਤੀ ਕਰਦਾ, ਤੇ ਮੇਰੀ ਸਰਕਾਰ ਪਾਸੋਂ, ਮੋਦੀ ਜੀ ਪਾਸੋਂ ਇਹੀ ਮੁੱਖ ਮੰਗ ਹੈ ਕਿ ਕੋਈ ਵੀ ਅਦਾਰਾ ਜਿਵੇਂ ਕੋਈ ਕਿਸੇ ਮਜ਼ਹਬ ਦੇ ਨਾਲ, ਕਿਸੇ ਫਿਰਕੇ ਦੇ ਨਾਲ ਸੰਬੰਧਿਤ ਹੋਵੇ, ਉਸ ਦਾ ਮੁਖੀ ਉਸੇ ਫਿਰਕੇ ਤੋਂ, ਉਸੇ ਮਜ਼ਹਬ ਤੋਂ ਹੀ ਲਿਆ ਜਾਂਦਾ ਹੈ। ਜਦ ਕਿ ਜਿਹੜਾ ਕਾਸਟ ਐਂਡ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ ਹੈ, ਨਿਰਧਾਰਿਤ ਮੁੱਲ ਕਰਦਾ ਖੇਤੀ ਦੀਆਂ ਜਿਣਸਾਂ ਦੇ, ਪਰ ਉਹਦੇ ਵਿੱਚ ਨਾ ਕੋਈ ਮੈਂਬਰ ਤੇ ਨਾ ਹੀ ਉਸ ਦਾ ਮੁਖੀ ਖੇਤੀ ਦੇ ਨਾਲ ਸੰਬੰਧਿਤ ਰੱਖਿਆ ਜਾਂਦਾ ਹੈ। ਜਿਸ ਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਨਹੀਂ, ਉਹ ਸਾਡੀਆਂ ਫਸਲਾਂ ਦਾ ਮੁੱਲ ਕਿੱਦਾਂ ਤੈਅ ਕਰ ਸਕਦਾ ਹੈ, ਕਿੱਦਾਂ ਸਿਫਾਰਿਸ਼ ਕਰ ਸਕਦਾ ਹੈ। ਮੋਦੀ ਜੀ ਨੂੰ ਇਹੀ ਰਿਕੁਐਸਟ ਹੈ ਵੀ ਇਸ ਅਦਾਰੇ ਦੇ ਵਿੱਚ ਮੈਂਬਰ ਘੱਟੋ ਘੱਟ ਜਾਂ ਇਸ ਦਾ ਮੁਖੀ ਇੱਕ ਕਿਸਾਨ ਹੋਣਾ ਚਾਹੀਦਾ ਹੈ, ਜਿਸ ਨੂੰ ਕਿਸਾਨੀ ਦੇ ਨਾਲ ਹਕੀਕਤ ਰੂਬਰੂ ਹੋਵੇ ਅਤੇ ਉਸ ਨਾਲ ਵਾਸਤਾ ਹੋਵੇ, ਤਾਂ ਹੀ ਉਹ ਸਹੀ ਮੁੱਲ ਨਿਰਧਾਰਿਤ ਕਰ ਸਕਦਾ ਹੈ, ਸਹੀ ਮੁੱਲ ਮੰਗ ਸਕਦਾ ਹੈ। ਦੂਸਰਾ, ਅਸੀਂ ਇਹ ਅੱਜ ਕੱਲ੍ਹ ਜੋ ਖੇਤੀ ਹੈ ਵਰਲਡ ਲੈਵਲ 'ਤੇ ਓਪਨ ਹੋ ਚੁੱਕੀ ਹੈ। ਸਾਨੂੰ ਵੱਡਿਆਂ ਜ਼ਿਮੀਂਦਾਰਾਂ ਨਾਲ, ਵੱਡੇ ਮੁਲਕਾਂ ਦੇ ਧਨਾੜ ਜ਼ਿਮੀਂਦਾਰਾਂ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ ਜੇ ਅਸੀਂ ਐਕਸਪੋਰਟ ਕਰਨੀ ਹੈ। ਪਰ ਜਿਹੜਾ ਲੈਂਡ ਸੀਲਿੰਗ ਹੈ, ਸਾਨੂੰ 17.5 ਏਕੜ ਤੋਂ ਵੱਧ ਅਸੀਂ ਰੱਖ ਨਹੀਂ ਸਕਦੇ। ਇਹ ਬੇੜੀਆਂ ਸਾਡੇ ਪੈਰਾਂ 'ਚੋਂ ਲਾਉਣੀਆਂ ਚਾਹੀਦੀਆਂ ਹਨ, ਤਾਂ ਜੋ ਜੇ ਅਸੀਂ ਵਰਲਡ ਦੇ 5-5 ਹਜ਼ਾਰ, 10-10 ਹਜ਼ਾਰ, ਲੱਖਾਂ ਏਕੜ ਵਾਲੇ ਕਿਸਾਨ ਦੇ ਨਾਲ ਮੱਥਾ ਲਾਉਣਾ ਹੈ, ਤੇ ਸਾਡੇ ਪੈਰਾਂ 'ਚੋਂ ਇਹ ਬੇੜੀਆਂ ਜ਼ਰੂਰ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਕਿ ਇਹ ਪੰਜਾਬ ਦਾ ਕਿਸਾਨ ਬਾਹਰਲੇ ਮੁਲਕਾਂ ਨੂੰ ਐਕਸਪੋਰਟ ਕਰ ਸਕੇ। ਅੱਜ ਤੱਕ ਤਾਂ ਕਿਸਾਨਾਂ ਦੀ ਆਵਾਜ਼ ਕਿਸੇ ਨੇ ਸੁਣੀ ਨਹੀਂ, ਪਰ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਸਿੱਧੇ ਕਿਸਾਨਾਂ ਦੀ ਆਵਾਜ਼ ਸੁਣ ਰਹੇ ਹਨ, ਇਹਨਾਂ ਦਾ ਜੋ ਕਾਰਗੁਜ਼ਾਰੀ ਮੋਦੀ ਸਾਹਿਬ ਦੀ ਮੈਂ ਗੁਜਰਾਤ 'ਚ ਵੀ ਦੇਖੀ ਹੈ, ਉੱਥੇ ਦੇ ਜ਼ਿਮੀਂਦਾਰ ਬਹੁਤ ਖੁਸ਼ ਹਨ। ਇਹ ਜੋ ਕਹਿੰਦੇ ਹਨ ਉਹ ਕਰਦੇ ਹਨ, ਪਰ ਕੀ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਗੁਜਰਾਤ ਵਾਲੇ CM ਮੋਦੀ ਵਾਲੀ ਛਵੀ ਕਾਇਮ ਰੱਖ ਸਕਣਗੇ? ਇਹ ਦੇਖਣ ਵਾਲੀ ਗੱਲ ਹੈ ਜੀ। ਅਸੀਂ ਮੋਦੀ ਸਾਹਿਬ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਕਮ ਸੇ ਕਮ ਪੰਜਾਬ 'ਚ ਆ ਕੇ ਜ਼ਿਮੀਂਦਾਰਾਂ ਦੀ ਕੋਈ ਗੱਲਬਾਤ ਸੁਣੀ ਆ। ਇਸ ਤੋਂ ਪਹਿਲਾਂ ਵੀ ਕਈ ਆਏ ਸਾਡੇ ਪ੍ਰਧਾਨ ਮੰਤਰੀ, ਕਿਸੇ ਨੇ ਆ ਕੇ ਤੇ ਇੱਥੇ ਜ਼ਿਮੀਂਦਾਰਾਂ ਦੀ ਕੋਲੋਂ ਹੋ ਕੇ ਗੱਲ ਨਹੀਂ ਸੀ ਸੁਣੀ। ਅਸੀਂ ਮੋਦੀ ਸਾਹਿਬ ਦੇ ਬਹੁਤ ਧੰਨਵਾਦੀ ਹਾਂ। ਬਾਕੀ ਗੱਲ ਇੱਦਾਂ ਜੀ, ਜਿਨ੍ਹਾਂ ਨਾਲ ਜਿੰਨਾ ਜ਼ਿਆਦਾ ਪਿਆਰ ਆ, ਉਹਨਾਂ ਨਾਲ ਸ਼ਿਕਵਾ ਵੀ ਉਨਾ ਜ਼ਿਆਦਾ ਹੁੰਦਾ ਆ। ਅਸੀਂ ਬਾਦਲ ਸਾਹਿਬ ਨੂੰ ਆਪਣੇ ਬਾਪ ਬਰਾਬਰ ਸਮਝਦੇ ਹਾਂ, ਨਿੱਘਾ ਪਿਆਰ ਆ ਉਹਨਾਂ ਨਾਲ, ਪਰ ਬਾਦਲ ਸਾਹਿਬ ਨੂੰ ਸਾਡੀਆਂ ਗੱਲਾਂ 'ਤੇ ਥੋੜ੍ਹਾ ਜਿਹਾ ਗੌਰ ਕਰਨਾ ਚਾਹੀਦਾ। ਇਸ ਲਈ ਬਈ ਹਰ ਇੱਕ ਚੀਜ਼, ਖਾਦਾਂ, ਦਵਾਈਆਂ, ਮਸ਼ੀਨਰੀ, ਸਭ ਕੁਝ ਤਾਂ ਮਹਿੰਗਾ ਆ। ਮੋਦੀ ਸਾਹਿਬ ਨੇ ਬਹੁਤ ਚੰਗਾ ਕੰਮ ਕੀਤਾ ਹੈ ਜੀ, ਬਹੁਤ ਚੰਗਾ ਕੰਮ ਕੀਤਾ ਇਹਨਾਂ ਨੇ। ਕੁਛ ਵਿੱਚ ਆਉਂਦੀਆਂ ਰੁਕਾਵਟਾਂ, ਹਰ ਇੱਕ ਸਰਕਾਰ ਦੀਆਂ ਆਉਂਦੀਆਂ, ਪਰ ਕਿਉਂਕਿ ਇਹ ਅਜੇ ਤਾਜ਼ੇ ਆ, ਇਹਨਾਂ ਕੋਲ ਕਈ ਰੁਕਾਵਟਾਂ ਹਟ ਜਾਣਗੀਆਂ। ਇਹ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ, ਜ਼ਿਆਦਾ ਰੌਲ ਰੱਪਾ ਪਾਉਣ ਦੀ ਲੋੜ ਨਹੀਂ ਹੁੰਦੀ। ਕੋਈ ਵੀ ਟਿਕੇ ਰਹਿਣ ਲੋਕ ਵੀ। ਮੋਦੀ ਸਾਹਿਬ ਵੀ ਇੱਧਰ ਖਿਆਲ ਕਰਨ ਬਈ ਆਪਾਂ ਆਉਣ ਵਾਲੇ ਟਾਈਮ 'ਚ ਅਸੀਂ ਦੂਜੀਆਂ ਸਟੇਟਾਂ ਦਾ ਤਾਂ ਨਹੀਂ ਕਹਿ ਸਕਦੇ, ਅਸੀਂ ਆਪਣੇ ਪੰਜਾਬ ਸਟੇਟ ਦਾ ਹੀ ਕਹਿ ਸਕਦੇ ਹਾਂ। ਸਾਡੇ ਪੰਜਾਬ ਸਟੇਟ ਦਾ ਖਾਸ ਕਰਕੇ ਅਸੀਂ ਜ਼ਿਮੀਂਦਾਰਾਂ ਨਾਲ ਰਿਲੇਟਡ ਆ, ਸਾਡੇ ਜ਼ਿਮੀਂਦਾਰਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ, ਸਾਡੀਆਂ ਸਮੱਸਿਆ ਸੁਣਨੀਆਂ ਚਾਹੀਦੀਆਂ। ਮੋਦੀ ਜੀ ਨੂੰ ਕਿ ਉਸ ਜਾਣੀ ਕਿ ਪੁਰਸ਼ਾਂ ਲਈ ਸਾਰਾ ਕੁਝ ਕਰ ਰਹੇ ਆ, ਲੇਕਿਨ ਲੇਡੀਜ਼ ਵਾਸਤੇ ਕੁਝ ਵੀ ਨਹੀਂ ਕਰ ਰਹੇ। ਤੇ ਹੁਣ ਜਿਹੜੀਆਂ ਅਸੀਂ ਸਾਡੇ ਵਰਗੀਆਂ ਮਿਡਲ ਪੜ੍ਹੀਆਂ ਹੋਈਆਂ ਲੜਕੀਆਂ ਨੇ, ਉਹ ਕੁਝ ਵੀ ਨਹੀਂ ਕਰ ਸਕਦੀਆਂ, ਕਿਉਂਕਿ ਜੇ ਕੁਆਰੀਆਂ ਹੁੰਦੀਆਂ ਤਾਂ ਕੁਝ ਨਾ ਕੁਝ ਕਰ ਲੈਂਦੀਆਂ ਨੇ, ਬਟ ਜਦ ਵਿਆਹ ਜਾਂਦੀਆਂ ਨੇ ਤਾਂ ਘਰ ਦੇ ਵਿੱਚ ਰਹਿ ਜਾਂਦੀਆਂ ਨੇ। ਤੇ ਘਰੋਂ ਕਈ ਵਾਰ ਐਸਾ ਮਾਹੌਲ ਹੁੰਦਾ ਆਪਾਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ, ਤੇ ਆਪਣੇ ਬੱਚੇ ਵੀ ਛੋਟੇ ਹੁੰਦੇ ਉਹਨਾਂ ਨੂੰ ਛੱਡ ਨਹੀਂ ਸਕਦੇ। ਬਟ ਤੇ ਇੰਨੇ ਪੜ੍ਹਨ ਦੇ ਬਾਵਜੂਦ ਵੀ ਅਸੀਂ ਘਰ ਬੈਠ ਕੇ ਕੋਈ ਕੰਮ ਕੁਝ ਵੀ ਨਹੀਂ ਕਰ ਸਕਦੀਆਂ, ਤੇ ਦਿਮਾਗ ਸਿਰਫ ਆਪਣਾ ਉਸ ਤਰ੍ਹਾਂ ਕੌਨਫੀਡੈਂਸ ਖੋ ਬੈਠਦਾ ਹੈਗਾ। ਤੇ ਸਰਕਾਰ ਨੂੰ ਇਹ ਚਾਹੀਦਾ ਕਿ ਸਾਡੀ ਖਾਤਰ ਕੁਝ ਵੀ ਨਾ ਕੁਝ ਇਹੋ ਜਿਹਾ ਕੰਮ ਜ਼ਰੂਰ ਚਾਹੀਦਾ ਕਿ ਅਸੀਂ ਘਰ ਬੈਠ ਕੇ ਆਪਣਾ ਕੰਮ ਕਰ ਸਕੀਏ, ਆਪਣੀ ਲਾਈਫ ਨੂੰ ਜਾਣੀ ਕਿ ਬਿਜੀ ਰੱਖ ਸਕੀਏ। ਤੇ ਇਹਦੇ ਵਿੱਚ ਵੀ ਸਾਡਾ ਵੀ ਨਹੀਂ ਫਾਇਦਾ ਹੈਗਾ ਤੇ ਸਰਕਾਰ ਦਾ ਹੀ ਫਾਇਦਾ, ਕਿਉਂਕਿ ਉਹਨਾਂ ਨੂੰ ਕੰਮ ਮਿਲੇਗਾ ਤੇ ਸਾਨੂੰ ਵੀ ਕੰਮ ਮਿਲੇਗਾ। ਅਸੀਂ ਕੰਮ ਘਰ ਬੈਠ ਕੇ ਕਰਨ ਜੋਗੇ ਹਾਂ, ਅਸੀਂ ਕਿਉਂਕਿ ਕਰਨ ਜੋਗੇ ਹਾਂ, ਅਸੀਂ ਕਰ ਸਕਦੇ ਹਾਂ, ਬਟ ਕੰਮ ਦੀ ਨਾ ਹੋਣ ਦੀ ਮਜਬੂਰੀ ਕਾਰਨ ਅਸੀਂ ਕੁਝ ਵੀ ਨਹੀਂ ਕਰ ਸਕਦੀਆਂ। ਸਿਰਫ ਹਸਬੈਂਡ ਕਮਾਉਣਗੇ, ਅਸੀਂ ਖਾਵਾਂਗੇ, ਇਹ ਨੀਤੀ ਰਹਿ ਜਾਂਦੀ ਹੈਗੀ ਪਿੰਡਾਂ ਵਿੱਚ।
ਜ਼ਿਆਦਾਤਰ ਪਿੰਡਾਂ ਦੀ ਇਹੀ ਪ੍ਰੋਬਲਮ ਆ ਰਹੀ ਹੈ ਕਿ ਪੜ੍ਹੀਆਂ ਲਿਖੀਆਂ ਕੁੜੀਆਂ ਘਰਾਂ ਵਿੱਚ ਰੁਲ ਜਾਂਦੀਆਂ ਨੇ। ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਕੁਝ ਵੀ ਨਹੀਂ ਕਰ ਸਕਦੀਆਂ, ਸੋਚਦੀਆਂ ਨੇ ਕਿ ਅਸੀਂ ਕੀ ਕਰੀਏ, ਸਿਰਫ ਬੱਚੇ ਪੜ੍ਹਾਈਏ, ਰੋਟੀ ਪਕਾਈਏ ਤੇ ਭਾਂਡੇ ਮਾਂਜੀਏ, ਸਾਡੇ ਕੋਲ ਹੋਰ ਕੋਈ ਕੰਮ ਹੈ ਨਹੀਂ। ਅਸੀਂ ਪੜ੍ਹ ਕੇ ਵੀ ਅਸੀਂ ਅਨਪੜ੍ਹਾਂ ਵਰਗੇ ਹੋ ਚੁੱਕੇ ਹਾਂ। ਗੁਰਬਖਸ਼ ਸਿੰਘ ਜੀ ਇੱਥੇ ਖੇਤੀਬਾੜੀ ਅਫਸਰ ਨੇ। ਹਾਂਜੀ, ਇੱਕ ਗੱਲ ਜਿਹੜੀ ਹੋਰ ਉਹਨਾਂ ਨੇ ਬੜੀ ਇੰਪੋਰਟੈਂਟ ਕੀਤੀ ਹੈਗੀ ਹੈ ਕਿ ਜਿਸ ਤਰ੍ਹਾਂ ਅਸੀਂ ਅੰਧਾਂ ਤੋਂ ਜਿਹੜੀਆਂ ਖਾਦਾਂ ਦੀ ਵਰਤੋਂ ਕਰਦੇ ਹਾਂ, ਉਹਦੇ ਨਾਲ ਜ਼ਮੀਨ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਰਹੀ ਹੈ। ਔਰ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਹ ਕਿਹਾ ਕਿ ਅਸੀਂ ਜਿਹੜਾ ਸੋਇਲ ਹੈਲਥ ਕਾਰਡ ਸਿਸਟਮ ਸ਼ੁਰੂ ਕੀਤਾ ਹੈਗਾ, ਇਹਦਾ ਅਸੀਂ ਮਤਲਬ ਹਰ ਇੱਕ ਜਿਹੜਾ ਰਾਜ ਹੈ ਉਹਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ, ਔਰ ਤਾਂ ਕਿ ਜਿਹੜੀ ਜ਼ਮੀਨ ਦੀ ਸਿਹਤ ਹੈ ਉਹ ਸਾਡੀ ਖਰਾਬ ਨਾ ਹੋ ਸਕੇ। ਇਹ ਇੱਕ ਬਹੁਤ ਵੱਡਾ ਜਿਹੜਾ ਉਹਨਾਂ ਨੇ ਅੱਜ ਜਿਹੜੀ ਆਪਣੀ ਮਨ ਕੀ ਬਾਤ ਦੇ ਜ਼ਰੀਏ ਇਹ ਕਿਸਾਨਾਂ ਨੂੰ ਦੱਸਿਆ ਹੈ। ਔਰ ਕਿਸਾਨਾਂ ਨੂੰ ਵੀ ਜਿਹੜਾ ਹੈ ਵੱਧ ਤੋਂ ਵੱਧ ਆਪਣਾ ਜਿਹੜਾ ਹੈ ਮਿੱਟੀ ਦੀ ਪਰਖ ਕਰਵਾ ਕੇ ਆਪਣਾ ਸੋਇਲ ਹੈਲਥ ਕਾਰਡ ਜਿਹੜਾ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਲੈਣਾ ਚਾਹੀਦਾ, ਤਾਂ ਕਿ ਅਸੀਂ ਉਨੀ ਹੀ ਜਿਹੜੀ ਖਾਦਾਂ ਦੀ ਵਰਤੋਂ ਕਰੀਏ ਜਿੰਨੀ ਸਾਡੀ ਫਸਲ ਨੂੰ ਲੋੜ ਹੈ। ਅੰਨ੍ਹੇਵਾਹ ਕਰਕੇ ਜਿਹੜਾ ਹੈ ਅਸੀਂ ਆਪਣਾ ਜਿਹੜਾ ਹੈ ਜ਼ਮੀਨ ਨੂੰ ਖਰਾਬ ਨਾ ਕਰੀਏ। ਮਹਿਕਮਾ ਖੇਤੀਬਾੜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਮਨਪ੍ਰੀਤ ਜੀ ਇੱਥੇ ਮੇਰੇ ਨਾਲ ਨੇ। ਡਾਕਟਰ ਸਾਹਿਬ, ਤੁਸੀਂ ਕਿਉਂਕਿ ਜਦੋਂ ਤੁਸੀਂ ਖੇਤੀ ਤਕਨੀਕਾਂ ਦੀ ਔਰ ਖੇਤੀ ਸੋਚਾਂ ਨੂੰ ਪਿੰਡਾਂ ਤੱਕ ਲਿਜਾਣ ਦੀ ਗੱਲ ਕਰਨੇ ਆ, ਤੇ ਮਹਿਕਮਾ ਖੇਤੀਬਾੜੀ ਕਾਫੀ ਨੁਮਾਇਆ ਰੋਲ ਅਦਾ ਕਰ ਰਿਹਾ ਹੈ। ਤੁਸੀਂ ਕੀ ਸਮਝਦੇ ਹੋ ਕਿ ਇਹ ਮਨ ਕੀ ਬਾਤ ਦੇ ਜ਼ਰੀਏ ਜੋ ਦਿਸ਼ਾ ਨਿਰਦੇਸ਼, ਦੇਖੋ ਸਾਨੂੰ ਬਤੌਰ ਕਰਮਚਾਰੀ ਇਹ ਦਿਸ਼ਾ ਨਿਰਦੇਸ਼ ਨੇ, ਇਹਨਾਂ ਨੂੰ ਲਾਗੂ ਕਰਨ ਵਾਸਤੇ ਤੁਸੀਂ ਕਿੰਨਾ ਕੁ ਸਮਝਦੇ ਹੋ ਕਿ ਹੱਲਾਸ਼ੇਰੀ ਤੁਹਾਡੇ 'ਚ ਹੋਣੀ ਚਾਹੀਦੀ ਹੈ, ਕਿੰਨਾ ਕੁ ਸੋਚ ਕਿਸਾਨ ਨੂੰ ਅੱਗੇ ਵਧਣਾ ਚਾਹੀਦਾ ਤਾਂ ਕਿ ਇਹ ਗੱਲਾਂ ਜਿਹੜੀਆਂ ਹਕੀਕਤ ਤੌਰ ਦੇ ਉੱਤੇ ਕਿਸਾਨਾਂ ਤੱਕ ਪੁੱਜਣ ਤੇ ਕਿਸਾਨਾਂ ਦਾ ਵਿਕਾਸ ਹੋਵੇ? ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ ਸਾਡੇ ਮਹਿਕਮੇ ਦੇ ਉਪਰਾਲੇ ਕਰਕੇ ਔਰ ਦੂਰਦਰਸ਼ਨ ਦੀ ਟੀਮ ਦੇ ਨਾਲ ਜਲੰਧਰ ਅਸੀਂ ਜ਼ਿਮੀਂਦਾਰ ਵੀਰਾਂ ਦੇ ਨਾਲ ਜੋ ਸਾਡੇ PM ਸਾਹਿਬ ਨੇ, ਮਾਨਯੋਗ PM ਸਾਹਿਬ ਨੇ ਮਨ ਕੀ ਬਾਤ ਪ੍ਰੋਗਰਾਮ ਅਸੀਂ ਇਕੱਠਿਆਂ ਨੇ ਬੈਠ ਕੇ ਵਿਚਾਰਿਆ, ਬਹੁਤ ਹੀ ਸ਼ਲਾਘਾਯੋਗ ਹੈ। ਜਿਸ ਵਿੱਚ ਕਈ ਵਾਰੀ ਕੋਈ ਸਵਿਚਿਸ ਦੇ ਵਿੱਚ ਕੋਈ ਸ਼ੰਕਾ ਪੈਦਾ ਹੋ ਜਾਂਦੀ ਹੈ, ਜਿਸ ਤਰ੍ਹਾਂ ਐਜ਼ ਐਗਜ਼ਾਮਪਲ ਭੂਮੀ ਅਧਿਗ੍ਰਹਣ, ਇਹ ਬਿੱਲ ਬਹੁਤ ਹੀ ਅਹਿਮੀਅਤ ਵਾਲਾ ਬਿੱਲ ਹੈ। ਪਰ ਜਦੋਂ ਅੱਜ ਮਨ ਕੀ ਬਾਤ ਸਾਰਿਆਂ ਨੇ ਵਿਚਾਰ ਕੇ ਅਸੀਂ ਸੁਣੀ ਆ, ਪਰ ਇਹ ਬਿੱਲ ਜ਼ਿਮੀਂਦਾਰਾਂ ਵਾਸਤੇ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਆ, ਬਹੁਤ ਹੀ ਅੱਛਾ ਆ, ਕਿਉਂਕਿ ਸਮਝਣ ਦੀ ਲੋੜ ਹੈ ਇਸ ਵਿੱਚ। ਜਦੋਂ ਅਸੀਂ ਵਿਸਤਾਰਪੂਰਵਕ ਚਰਚਾ ਕਰਦੇ ਹਾਂ ਤਾਂ ਉਸ ਵਿੱਚ ਇਹਦੇ 'ਚ ਰਿਜ਼ਲਟ ਬਹੁਤ ਅੱਛੇ ਆਉਂਦੇ ਆ, ਕਿਉਂਕਿ ਅਗਰ ਜ਼ਮੀਨ ਇੱਕ ਬੰਦੇ ਨੂੰ ਕੁਝ ਪੇ ਕਰਨੀ ਪੈਂਦੀ, ਅਕਵਾਇਰ ਕਰਦਾ ਆ, ਤਾਂ ਉਸ ਦੇ ਨਾਲ 100 ਬੰਦੇ ਨੂੰ ਬੈਨੀਫਿਟਸ ਹੁੰਦਾ ਆ। ਇੱਕ ਪਿੰਡ ਦੀ ਜ਼ਮੀਨ ਅਕਵਾਇਰ ਹੁੰਦੀ ਆ ਤਾਂ ਦੂਸਰੇ ਪਿੰਡ ਨੂੰ ਦੇਖੋ ਅੱਗੇ ਕਿੰਨੇ ਹਜ਼ਾਰਾਂ ਹੀ ਪਿੰਡ ਹੈ, ਜਿੱਥੋਂ ਜੇ ਉੱਥੇ ਅੜਿੱਕਾ ਬਣ ਜੂਗਾ ਤਾਂ ਆਪਾਂ ਗਾਹਾਂ ਸਪਲਾਈ ਕਿੱਥੇ ਲਿਜਾਵਾਂਗੇ। ਇਹ ਚੇਨ ਸਿਸਟਮ ਹੈ ਇੱਕ, ਔਰ ਸਾਰਿਆਂ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ, ਕਿਸੇ ਨੂੰ ਆਪਣੇ ਵਿਚਾਰ ਜਿਹੜੇ ਆ ਮਤਲਬ ਪੋਜ਼ਿਟਿਵ ਰੱਖਣੇ ਚਾਹੀਦੇ ਆ, ਨੈਗੇਟਿਵ ਨਹੀਂ ਕਦੀ ਵੀ ਸੋਚਣਾ ਚਾਹੀਦਾ। ਇਹ ਮੇਰੀ ਇੱਕ ਬੇਨਤੀ ਹੈ। ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਮਨ ਕੀ ਬਾਤ ਦਾ ਸਹੀ ਮਕਸਦ ਇਹੋ ਹੀ ਹੈ ਕਿ ਦਿਲਾਂ ਦੀਆਂ ਗੱਲਾਂ ਹੋਣ, ਤੇ ਦਿਲਾਂ ਦੀਆਂ ਗੱਲਾਂ ਜਦੋਂ ਦਿਲਾਂ 'ਚੋਂ ਨਿਕਲਦੀਆਂ ਤੇ ਕਈ ਵਾਰੀ ਦੇਖੋ ਕੌੜੀਆਂ ਮਿੱਠੀਆਂ ਵੀ ਹੁੰਦੀਆਂ, ਤੇ ਇੱਕ ਹਰ ਬੰਦੇ ਦੇ ਤਜਰਬੇ ਵੱਖੋ ਵੱਖ ਨੇ, ਤੇ ਇੱਥੇ ਤਜਰਬੇ ਇਹ ਵੀ ਹੋਏ ਨੇ ਕਿ ਇਹ ਬਿੱਲ ਬਿਲਕੁਲ ਗਲਤ ਹੈ। ਗੱਲ ਹੈ ਕਿ ਹਰ ਬੰਦੇ ਦੀ ਸੋਚ ਵੱਖੋ ਵੱਖ, ਜ਼ਮੀਨ ਮਾਂ ਹੈ ਤੇ ਜ਼ਮੀਨ ਨੂੰ ਜੇ ਅਸੀਂ ਦੇਖੋ ਅਕਵਾਇਰ ਹੋ ਜਾਏਗੀ, ਵਿਕ ਜਾਊ, ਤੇ ਦੇਖੋ ਕਿਸਾਨ ਜਿਹੜਾ ਜ਼ਮੀਨ ਕਰਕੇ ਹੀ ਹੈ। ਸਾਡੀ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਜ਼ਮੀਨ ਨਾਲ ਸਿੱਧੀ ਜੁੜੀ ਹੋਈ ਹੈ। ਇੱਥੇ ਕੋਈ ਵਧੀਆ ਖਾਨਾ ਨਹੀਂ, ਕੋਈ ਇਹ ਨਹੀਂ, ਲੇਕਿਨ ਗੱਲ ਹੈ ਕਿ ਸਾਡੇ ਕੋਲ ਜ਼ਮੀਨ ਜ਼ਰਖੇਜ਼ ਹੈ ਤੇ ਵਧੀਆ ਅਸੀਂ ਮਿਹਨਤ ਕਰਕੇ ਜ਼ਮੀਨ 'ਚੋਂ ਰੋਜ਼ੀ ਰੋਟੀ ਕਮਾਉਂਦੇ ਹਾਂ। ਇਹਦੇ ਬਾਰੇ ਵੱਖਰੇ ਤੌਰ ਤੇ ਸੋਚਣ ਦੀ ਵੀ ਜ਼ਰੂਰਤ ਹੈਗੀ ਹੈ। ਇਹ ਹੌਲੀ ਹੌਲੀ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ। ਮਨ ਕੀ ਬਾਤ ਦਾ ਇਹੀ ਫਾਇਦਾ ਹੈ ਕਿ ਮਨਾਂ 'ਚੋਂ ਗੱਲਾਂ ਨਿਕਲਦੀਆਂ, ਦਿਲਾਂ 'ਚੋਂ ਨਿਕਲਦੀਆਂ। ਤੁਸੀਂ ਆਏ? ਮੇਰਾ ਨਰਿੰਦਰ ਸਿੰਘ ਜੀ, ਅੱਜੋਵਾਲ ਪਿੰਡ ਤੋਂ ਜੀ। ਕਿੰਨੀ ਦੂਰ ਪਿੰਡ ਤੁਹਾਡਾ ਇੱਥੋਂ 20 ਕਿਲੋਮੀਟਰ ਜੀ। ਤੇ IFA ਦੇ ਮੈਂਬਰ ਆ ਜੀ, ਇਨੋਵੇਟਿਵ ਫਾਰਮਰ ਐਸੋਸੀਏਸ਼ਨ ਦੇ, ਤੇ ਅਸੀਂ ਉਹਦੇ ਵੱਲੋਂ ਸਾਰੇ ਮੈਂਬਰ ਇੱਥੇ ਆਏ ਆ। ਇਹ ਪ੍ਰੋਗਰਾਮ ਸੁਣਿਆ, ਖਾਸ ਤੌਰ ਤੇ ਪ੍ਰੋਗਰਾਮ ਜਿਹੜਾ ਇੱਥੇ ਬਣਾਇਆ ਗਿਆ ਤੇ ਸੁਣਨ ਵਾਸਤੇ ਆਏ ਹੋ ਮਨ ਕੀ ਬਾਤ, ਤੇ ਤੁਹਾਡੀ ਮਨ ਕੀ ਬਾਤ ਕੀ ਕਹਿੰਦੀ? ਹਾਂ, ਮੋਦੀ ਜੀ ਦੀ ਅਸੀਂ ਇਹ ਆਪਣੇ ਪ੍ਰਧਾਨ ਮੰਤਰੀ ਜੀ ਦੀ ਸੁਣੀ ਆ ਗੱਲ। ਉਹਦੇ ਵਿੱਚ ਉਹਨਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ, ਤੇ ਸ਼ਾਇਦ ਸਮੱਸਿਆਵਾਂ ਤਾਂ ਬਿਲਕੁਲ ਸਹੀ ਆ, ਪਰ ਜੇ ਉਹਨਾਂ ਦੇ ਕਿਸੇ ਤਰੀਕੇ ਸਾਰਥਕ ਹੱਲ ਕੱਢੇ ਜਾਣ ਤੇ ਉਹ ਹੱਲ ਜਿਹੜੇ ਆ ਉਹ ਸਿੱਧੇ ਕਿਸਾਨ ਤੱਕ ਪਹੁੰਚਣ, ਨਾ ਕਿ ਉਹ ਸਿਰਫ ਕਾਨੂੰਨ ਬਣ ਕੇ ਰਹਿ ਜਾਣ ਜਾਂ ਕੁਛ ਚੀਜ਼ਾਂ ਵੀ ਉਹਨੂੰ ਲਾਗੂ ਨਾ ਹੋ ਪਾਉਣ ਚੰਗੀ ਤਰ੍ਹਾਂ, ਤੇ ਉਹ ਕਿਸਾਨ ਤੱਕ ਜ਼ਰੂਰੀ ਪਹੁੰਚੇ। ਅਸੀਂ ਇੱਥੋਂ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖੋ ਅਖੀਰ 'ਚ ਪੁੱਜੇ ਹਾਂ, ਤੇ ਇਹ ਗੱਲ ਅਖੀਰ ਨਹੀਂ ਹੋਣੀ ਚਾਹੀਦੀ, ਇਹ ਚਲਦੀ ਰਹਿਣੀ ਚਾਹੀਦੀ ਹੈ। ਦਿਲਾਂ ਦੀਆਂ ਗੱਲਾਂ ਜਿਹੜੀਆਂ ਉਹ ਦਿਲ ਦੇ ਵਿੱਚ ਰਹਿਣ ਨਾ, ਉੱਭਰ ਕੇ ਬਾਹਰ ਆਉਣ, ਤੇ ਇਹਨਾਂ ਗੱਲਾਂ ਨੂੰ ਫਿਰ ਰਸਤਾ ਮਿਲੇ। ਨਿਰੀਆਂ ਗੱਲਾਂ ਉੱਭਰ ਕੇ ਸਾਹਮਣੇ ਨਹੀਂ ਆਉਣੀਆਂ ਚਾਹੀਦੀਆਂ, ਰਸਤਾ ਵੀ ਮਿਲਣਾ ਚਾਹੀਦਾ। ਸਰਕਾਰਾਂ ਨੂੰ ਅੱਗੇ ਵਧਣਾ ਚਾਹੀਦਾ, ਤੇ ਉਹ ਸਮੱਸਿਆਵਾਂ ਇਲਾਕਾਈ ਲੋੜਾਂ ਦੇ ਮੁਤਾਬਕ, ਇਲਾਕੇ ਦੀਆਂ ਲੋੜਾਂ ਮੁਤਾਬਕ ਉਹ ਜੇ ਹੱਲ ਹੋਣ, ਤੇ ਫਿਰ ਸਹੀ ਮਾਇਨਿਆਂ 'ਚ ਮਨ ਕੀ ਬਾਤ ਸਾਰਥਕ ਹੋ ਸਕਦੀ ਹੈ। ਬਹੁਤ ਬਹੁਤ ਮਿਹਰਬਾਨੀ ਜੀ।